ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 25 ਅਕਤੂਬਰ ਦਿਨ ਮੰਗਲਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com। ਪਹਿਲਾਂ ਚੋਣਵੀਆਂ ਖਬਰਾਂ। ਡੋਨਾਲਡ ਟਰੰਪ ਨੇ ਕਿਹਾ ਕਿ ਹਿਲਰੀ ਕਲਿੰਟਨ ਦੇ ਸੀਰੀਆ ਪਲਾਨ ਦੇ ਮੁਤਾਬਿਕ ਤੀਸਰੀ ਵਰਲਡ ਵਾਰ ਤੈਅ। ਬਿਲ ਗੇਟਸ ਨੇ ਸੇਟਲ ਦੀ ਇੱਕ ਯੂਨੀਵਰਸਿਟੀ ਨੂੰ $210 ਮਿਲੀਅਨ ਦੀ ਡੋਨੇਸ਼ਨ ਦਿੱਤੀ। ਫੋਕਸਵੈਗਨ ਦੇ $15 ਬਿਲੀਅਨ ਦਾ ਪਲਾਨ ਜੱਜ ਦੁਆਰਾ ਅਪਰੂਵ। ਕੋਲਿਨ ਪਾਵਲ ਨੇ ਕਿਹਾ ਕਿ ਉਹ ਹਿਲਰੀ ਕਲਿੰਟਨ ਦੇ ਲਈ ਕਰਨਗੇ ਵੋਟ। ਫਲੋਰੀਡਾ ਦੇ ਵਿੱਚ ਇੱਕ ਵਿਅਕਤੀ ਨੇ ਓਰਲੈਂਡੋ ਸਿਟੀ ਅਤੇ ਡਰੱਗ ਮੈਨੂਫੈਕਚਰਰ ਕੰਪਨੀ ਦੇ ਉੱਤੇ ਫਾਈਲ ਕੀਤਾ ਲਾਸੂਟ। ਅਤੇ ਇਰਾਕ ਦੇ ਵਿੱਚ ਮੋਦਲ ਸ਼ਹਿਰ ਦੇ ਵੱਲ ਵਧ ਰਹੀਆਂ ਫੌਜਾਂ ਨੇ ਇੱਕ ਵਾਰ ਡੇਰਾ ਜਮਾਇਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਦਾ ਸੀਰੀਆ ਪਲਾਨ ਤੀਸਰੀ ਵਰਲਡ ਵਾਰ ਲੈ ਕੇ ਆਏਗਾ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਿਲਰੀ ਕਲਿੰਟਨ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਤਕਰਾਰ ਨਿਊਕਲੀਅਰ ਆਰਮਡ ਰਸ਼ੀਆ ਦੇ ਨਾਲ ਚੱਲ ਰਹੀ ਹੈ ਤੇ ਉਹਨਾਂ ਦੇ ਵਿਚਕਾਰ ਸੀਰੀਆ ਅਤੇ ਹੋਰ ਕਈ ਮੁਲਕਾਂ ਦੇ ਵਿੱਚ ਜੋ ਤਕਰਾਰ ਪੈਦਾ ਹੋ ਰਹੇ ਹਨ, ਉਸ ਦੇ ਨਾਲ ਤੀਸਰੀ ਵਰਲਡ ਵਾਰ ਲੱਗਣ ਦਾ ਪੂਰਾ ਅੰਦੇਸ਼ਾ ਲਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਨੂੰ ਹਰਾਉਣਾ ਅਤੇ ਉਸ ਦੇ ਖਿਲਾਫ ਲੜਾਈ ਲੜਨਾ ਸਭ ਤੋਂ ਵੱਡੀ ਪ੍ਰਾਇਓਰਟੀ ਹੈ, ਨਾ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਗੱਦੀ ਤੋਂ ਲਾਉਣਾ। ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਿ ਹਿਲਰੀ ਕਲਿੰਟਨ ਕਿਸ ਤਰ੍ਹਾਂ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਨੈਗੋਸ਼ੀਏਟ ਕਰਨਗੇ ਅਤੇ ਉਹਨਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਹਨਾਂ ਨੇ ਫਿਲੀਪੀਨਜ਼ ਦੇ ਨਵੇਂ ਰਾਸ਼ਟਰਪਤੀ ਰੋਡਰਿਗੋ ਡੂਟਰੇਟ ਦੇ ਨਾਲ ਸਬੰਧ ਵਿਗਾੜੇ ਅਤੇ ਸਹੀ ਢੰਗ ਦੇ ਨਾਲ ਉਸ ਨੂੰ ਮੈਨੇਜ ਨਹੀਂ ਕੀਤਾ। ਡੋਨਾਲਡ ਟਰੰਪ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਦੀ ਯੂਨਿਟੀ ਉਸ ਦੀ ਉਮੀਦਵਾਰੀ ਦੇ ਲਈ ਥੋੜਾ ਬਹੁਤ ਖਤਰਾ ਬਣੀ ਹੋਈ ਹੈ, ਕਿਉਂਕਿ ਰਿਪਬਲਿਕਨ ਪਾਰਟੀ ਯੂਨਾਈਟ ਹੋ ਕੇ ਇਹ ਚੋਣਾਂ ਨਹੀਂ ਲੜ ਰਹੀ। ਉਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਦੇ ਵੱਡੇ ਲੀਡਰ ਮੇਰਾ ਸਾਥ ਦੇਣ ਤਾਂ ਉਹ ਆਰਾਮ ਦੇ ਨਾਲ ਹਿਲਰੀ ਕਲਿੰਟਨ ਨੂੰ ਹਰਾ ਦੇਣਗੇ। ਉਹਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਪਾਰਟੀ ਦੇ ਸੀਨੀਅਰ ਨੇਤਾ ਮੇਰਾ ਸਾਥ ਦੇਣ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਹਿਲਰੀ ਕਲਿੰਟਨ ਅਮਰੀਕਾ ਦੀ ਅਗਲੀ ਰਾਸ਼ਟਰਪਤੀ ਬਣ ਜਾਏ। ਬਿਲ ਗੇਟਸ ਦੀ ਫਾਊਂਡੇਸ਼ਨ ਨੇ ਸੈਟਲ ਬੇਸਡ ਇੱਕ ਯੂਨੀਵਰਸਿਟੀ ਨੂੰ $210 ਮਿਲੀਅਨ ਦੀ ਡੋਨੇਸ਼ਨ ਦਿੱਤੀ ਹੈ। ਮਾਈਕਰੋਸਾਫਟ ਦੇ ਫਾਊਂਡਰ ਬਿਲ ਗੇਟਸ ਨੇ ਆਪਣੀ ਫਾਊਂਡੇਸ਼ਨ ਦੇ ਥਰੂ ਯੂਨੀਵਰਸਿਟੀ ਆਫ ਵਾਸ਼ਿੰਗਟਨ, ਜੋ ਕਿ ਸੈਟਲ ਦੇ ਵਿੱਚ ਹੈ, ਉਸ ਨੂੰ ਲੋਕਾਂ ਦੀ ਹੈਲਥ ਪੂਰੇ ਵਿਸ਼ਵ ਭਰ ਦੇ ਵਿੱਚ ਸੁਧਾਰਨ ਦੇ ਉੱਤੇ ਰਿਸਰਚ ਕਰਨ ਦੇ ਲਈ $210 ਮਿਲੀਅਨ ਦੀ ਡੋਨੇਸ਼ਨ ਦਿੱਤੀ। ਬਿਲ ਅਤੇ ਮਲਾਈਂਡਾ ਗੇਟਸ ਵੱਲੋਂ ਦਿੱਤਾ ਗਿਆ ਇਹ ਗਿਫਟ ਯੂਨੀਵਰਸਿਟੀ ਨੇ ਇਹਨਾਂ ਦੇ ਫੈਮਿਲੀ ਦੇ ਨਾਮ ਦੇ ਉੱਤੇ ਰੱਖਿਆ ਹੈ, ਜਿਸ ਨੂੰ ਬਿਲ ਗੇਟਸ ਫਾਊਂਡੇਸ਼ਨ ਦਾ ਨਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ 155 ਸਾਲ ਪੁਰਾਣੀ ਇਸ ਯੂਨੀਵਰਸਿਟੀ ਦੇ ਵਿੱਚ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਡੋਨੇਸ਼ਨ ਹੈ। ਬਿਲ ਅਤੇ ਮਲਾਈਂਡਾ ਗੇਟਸ ਫਾਊਂਡੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਚੈਰਿਟੀ ਆਰਗੇਨਾਈਜੇਸ਼ਨ ਹੈ। ਜੂਨ ਦੇ ਮਹੀਨੇ ਦੇ ਵਿੱਚ ਇਸ ਫਾਊਂਡੇਸ਼ਨ ਨੇ 1 ਲੱਖ ਚਿਕਨ ਸਬ ਸਹਾਰਨ ਅਫਰੀਕਨ ਏਰੀਆ ਦੇ ਵਿੱਚ, ਜੋ ਕਿ ਕਾਫੀ ਜ਼ਿਆਦਾ ਗਰੀਬ ਹਨ, ਉੱਥੇ ਭੇਜੇ। ਫੈਡਰਲ ਜੱਜ ਨੇ ਅੱਜ ਇੱਕ $15 ਬਿਲੀਅਨ ਦਾ ਫੋਕਸਵੈਗਨ ਦਾ ਸੈਟਲਮੈਂਟ ਪਲਾਨ ਅਪਰੂਵ ਕਰ ਦਿੱਤਾ। ਇਹ US ਦੀ ਹਿਸਟਰੀ ਦਾ ਲਾਰਜੈਸਟ ਕੰਜ਼ਿਊਮਰ ਸੈਟਲਮੈਂਟ ਪਲਾਨ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਫੋਕਸਵੈਗਨ ਦੇ ਵਹੀਕਲਸ ਦੇ ਵਿੱਚ ਇਹ ਗੜਬੜੀ ਸਾਹਮਣੇ ਆਈ ਸੀ ਕਿ ਉਹਨਾਂ ਨੇ ਆਪਣੇ 11 ਮਿਲੀਅਨ ਵਹੀਕਲਸ ਦੇ ਵਿੱਚ ਸੌਫਟਵੇਅਰ ਗਲਤ ਡਿਜ਼ਾਈਨ ਕੀਤਾ ਸੀ, ਜਿਸ ਦੇ ਤਹਿਤ ਉਹ ਐਮਿਸ਼ਨ ਸਟੈਂਡਰਡ ਨੂੰ ਬਾਈਪਾਸ ਕਰ ਰਿਹਾ ਸੀ। ਇਹ ਗੜਬੜੀ ਜਦੋਂ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਫੋਕਸਵੈਗਨ ਦੀ ਕਾਫੀ ਫਜੀਅਤ ਮਾਰਕੀਟ ਦੇ ਵਿੱਚ ਹੋਈ ਅਤੇ ਹੁਣ ਕੰਪਨੀ
ਮਾਰਕੀਟ ਦੇ ਵਿੱਚੋਂ ਕਾਰਾਂ ਵਾਪਸ ਲੈਣ ਦਾ ਇਹ ਪਲਾਨ ਅੱਗੇ ਵਧਾਏਗੀ। ਕਾਫੀ ਵੱਡਾ ਮੈਸਿਵ ਵਹੀਕਲ ਬਾਈਬੈਕ ਪ੍ਰੋਗਰਾਮ এনवायरमेंटल ਰੈਮੀਡੀਏਸ਼ਨ ਦੇ ਤਹਿਤ ਕੀਤਾ ਜਾਏਗਾ। ਇਹ ਸੈਟਲਮੈਂਟ ਠੀਕ ਉਸ ਤੋਂ 1 ਸਾਲ ਬਾਅਦ ਹੋਣ ਵਾਲੀ ਹੈ ਜਦੋਂ ਕੰਪਨੀ ਨੇ ਇਹ ਮੰਨਿਆ ਸੀ ਕਿ ਉਸਨੇ ਗਲਤ ਸੌਫਟਵੇਅਰ ਦੇ ਥਰੂ ਐਮਿਸ਼ਨ ਸਟੈਂਡਰਡਸ ਨੂੰ ਬਾਈਪਾਸ ਕੀਤਾ। ਯੂਐਸ ਜਸਟਿਸ ਡਿਪਾਰਟਮੈਂਟ ਅਤੇ ਜਰਮਨ ਪ੍ਰੋਸੀਕਿਊਟਰਸ ਦੁਆਰਾ ਹਜੇ ਵੀ ਕੰਪਨੀ ਦੇ ਉੱਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਾਂਚ ਦੇ ਵਿੱਚ ਕੰਪਨੀ ਦੇ ਉੱਤੇ ਹੋਰ ਜ਼ਿਆਦਾ ਫਾਈਨੈਂਸ਼ੀਅਲ ਪੈਨਲਟੀਜ਼ ਪੈ ਸਕਦੀਆਂ ਹਨ। ਯੂਐਸ ਦੇ ਵਿੱਚ ਤਕਰੀਬਨ 4,75,000 ਫੋਕਸਵੈਗਨ ਓਨਰਜ਼ ਬਾਈਬੈਕ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸੈਟਲਮੈਂਟ ਦੇ ਤਹਿਤ ਕੰਪਨੀ $2.7 ਬਿਲੀਅਨ এনवायरमेंटल ਮਿਟੀਗੇਸ਼ਨ ਅਤੇ $2 ਬਿਲੀਅਨ ਕਲੀਨ ਐਮਿਸ਼ਨ ਇਨਫਰਾਸਟ੍ਰਕਚਰ ਦੇ ਵਾਸਤੇ ਵੀ ਦੇਏਗੀ। ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀ ਸਰਕਾਰ ਦੇ ਵਿੱਚ ਸੈਕਟਰੀ ਆਫ ਸਟੇਟ ਰਹੇ ਕੋਲਿਨ ਪਾਵਲ ਨੇ ਕਿਹਾ ਹੈ ਕਿ ਉਹ 8 ਨਵੰਬਰ 2016 ਨੂੰ ਹੋਣ ਜਾ ਰਹੀਆਂ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਹਿਲਰੀ ਕਲਿੰਟਨ ਦੇ ਲਈ ਵੋਟ ਕਰਨਗੇ। ਉਹਨਾਂ ਨੇ ਇਹ ਜਾਣਕਾਰੀ NBC ਨਿਊਜ਼ ਨੂੰ ਦਿੱਤੀ। ਕੋਲਿਨ ਪਾਵਲ ਜੋ ਕਿ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਦੋਨਾਂ ਹੀ ਰਾਸ਼ਟਰਪਤੀ ਦੇ ਸਰਕਾਰ ਦੇ ਅੰਡਰ ਕੰਮ ਕਰ ਚੁੱਕੇ ਹਨ। ਉਹਨਾਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ 2008-2012 ਦੇ ਵਿੱਚ ਵੀ ਇੰਡੋਰਸ ਕੀਤਾ ਸੀ। ਕੋਲਿਨ ਪਾਵਲ ਡੋਨਲਡ ਟਰੰਪ ਦੇ ਸਭ ਤੋਂ ਵੱਡੇ ਕ੍ਰਿਟਿਕ ਹਨ ਤੇ ਉਹਨਾਂ ਨੇ ਡੋਨਲਡ ਟਰੰਪ ਨੂੰ ਨੈਸ਼ਨਲ ਡਿਸਗ੍ਰੇਸ ਤੱਕ ਕਿਹਾ, ਜਿੱਥੇ ਕਿ ਕਈ ਰਿਪਬਲਿਕਨ ਉਮੀਦਵਾਰ ਜੋ ਕਿ ਡੋਨਲਡ ਟਰੰਪ ਨੂੰ ਪਸੰਦ ਨਹੀਂ ਕਰ ਰਹੇ, ਪਰ ਉਹਨਾਂ ਨੇ ਹਜੇ ਤੱਕ ਇਹ ਖੁੱਲ੍ਹ ਕੇ ਨਹੀਂ ਕਿਹਾ ਕਿ ਉਹ ਕਲਿੰਟਨ ਨੂੰ ਸਪੋਰਟ ਕਰਨਗੇ ਜਾਂ ਨਹੀਂ। ਜ਼ਿਆਦਾਤਰ ਕਿਸੇ ਵੀ ਉਮੀਦਵਾਰ ਦੀ ਸਪੋਰਟ ਦੇ ਨਾ ਕਰਨ ਦੇ ਹੱਕ ਦੇ ਵਿੱਚ ਹਨ, ਪਰ ਕੋਲਿਨ ਪਾਵਲ ਨੇ ਕਿਹਾ ਹੈ ਕਿ ਉਹ ਹਿਲਰੀ ਕਲਿੰਟਨ ਦੇ ਲਈ ਵੋਟ ਕਰਨਗੇ। ਫਲੋਰੀਡਾ ਦੇ ਓਰਲਾਂਡੋ ਸ਼ਹਿਰ ਦੇ ਵਿੱਚ ਜਿੱਥੇ ਕਿ ਪਿਛਲੇ ਸਾਲ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਡੋਨਟ ਗਲੇਜ਼ ਲੈ ਕੇ ਜਾ ਰਿਹਾ ਸੀ ਅਤੇ ਪੁਲਿਸ ਨੇ ਉਸ ਨੂੰ ਗਲਤੀ ਦੇ ਨਾਲ ਮੈਥ ਸਮਝ ਲਿਆ। ਹੁਣ ਉਹ ਵਿਅਕਤੀ ਸਿਟੀ ਆਫ ਓਰਲੈਂਡੋ ਅਤੇ ਡਰੱਗ ਟੈਸਟਿੰਗ ਕਿਟ ਕੰਪਨੀ ਦੇ ਉੱਤੇ ਲਾਅਸੂਟ ਫਾਈਲ ਕਰ ਰਿਹਾ ਹੈ। ਦੱਸਿਆ ਜਾ ਰਿਹਾ ਕਿ ਡੈਨੀਅਲ ਰਸ਼ਿੰਗ ਨਾਮ ਦੇ ਇਸ ਵਿਅਕਤੀ ਨੇ ਸਿਟੀ ਆਫ ਓਰਲੈਂਡੋ ਅਤੇ ਕਿਟ ਮੈਨੂਫੈਕਚਰਰ ਦੇ ਉੱਤੇ ਨੈਗਲੀਜੈਂਸ ਦੀ ਲਾਅਸੂਟ ਫਾਈਲ ਕੀਤੀ ਹੈ। ਦੱਸਿਆ ਜਾ ਰਿਹਾ ਸੀ ਜਦੋਂ ਇਹ ਵਿਅਕਤੀ ਡੋਨਟ ਲੈ ਕੇ ਜਾ ਰਿਹਾ ਸੀ ਤਾਂ ਉਸ ਦੇ ਉੱਤੇ ਗਲੇਜ਼ ਨੂੰ ਪੁਲਿਸ ਨੇ ਕ੍ਰਿਸਟਲ ਮੈਥ ਸਮਝਿਆ ਤੇ ਇੱਕ ਡਰੱਗ ਕਿਟ ਕੰਪਨੀ ਦੀ ਕਿਟ ਦੇ ਨਾਲ ਜਦੋਂ ਟੈਸਟ ਕੀਤਾ ਗਿਆ ਤਾਂ ਰਿਜ਼ਲਟ ਪੋਜ਼ਿਟਿਵ ਆਏ ਅਤੇ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਸਟੇਟ ਕ੍ਰਾਈਮ ਲੈਬ ਦੇ ਵਿੱਚ ਇਹ ਟੈਸਟ ਕਰਵਾਏ ਗਏ ਤਾਂ ਉਸ ਦੇ ਉੱਤੇ ਲਾਏ ਗਏ ਸਾਰੇ ਚਾਰਜਸ ਨੂੰ ਵਾਪਸ ਲੈ ਲਿਆ ਗਿਆ ਤੇ ਉਸ ਨੂੰ ਬਰੀ ਕਰ ਦਿੱਤਾ ਗਿਆ। ਪਰ ਹੁਣ ਇਹ ਵਿਅਕਤੀ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਘੇਰਨ ਦੇ ਲਈ ਤਿਆਰੀ ਕਰ ਰਿਹਾ ਹੈ। ਇਰਾਕ ਦੇ ਵਿੱਚ ਮੋਜ਼ਲ ਸ਼ਹਿਰ ਦੇ ਉੱਤੇ ਕਬਜ਼ਾ ਕਰਨ ਗਈਆਂ ਇਰਾਕ ਦੀਆਂ ਫੋਰਸਿਸ ਨੇ ਸ਼ਹਿਰ ਤੋਂ ਠੀਕ ਬਾਹਰ ਆਪਣਾ ਡੇਰਾ ਲਾ ਲਿਆ ਹੈ ਤੇ ਕੁਝ ਸਮੇਂ ਦੇ ਲਈ ਉਹ ਰੁਕ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਰਾਕ ਦੀਆਂ ਫੋਰਸਿਸ US ਬੈਕ ਫੋਰਸਿਸ ਦੇ ਲਈ ਵੇਟ ਕਰ ਰਹੀਆਂ ਹਨ ਜੋ ਕਿ ਇਸਲਾਮਿਕ ਸਟੇਟ ਦੇ ਲਾਸਟ ਮੇਜਰ ਅਰਬਨ ਸਟਰੋਂਗ ਏਰੀਆ ਦੇ ਵਿੱਚ ਸਟ੍ਰਾਈਕ ਕਰਨਗੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਆਪਰੇਸ਼ਨ ਇਰਾਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਮਿਲਟਰੀ ਆਪਰੇਸ਼ਨ ਬਣਨ ਜਾ ਰਿਹਾ ਹੈ। ਇਸ ਸਮੇਂ ਇਹ ਫੋਰਸਿਸ ਸ਼ਹਿਰ ਤੋਂ ਬਿਲਕੁਲ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਬਣੀਆਂ ਹੋਈਆਂ ਹਨ ਅਤੇ US 에ਅਰ ਸਟ੍ਰਾਈਕਸ ਦੀ ਮਦਦ ਦਾ ਇੰਤਜ਼ਾਰ ਕਰ ਰਹੀਆਂ ਹਨ। ਇਸ ਸਮੇਂ ਸ਼ਹਿਰ ਦੇ ਵਿੱਚ ਤਕਰੀਬਨ 1.5 ਮਿਲੀਅਨ ਨਿਵਾਸੀ ਰਹਿ ਰਹੇ ਹਨ ਜਿਨ੍ਹਾਂ ਨੂੰ ਜਾਂ ਤਾਂ ISIS ਨੇ ਬੰਦੂਕ ਦੇ ਦਮ ਦੇ ਉੱਤੇ ਰੱਖਿਆ ਹੈ ਜਾਂ ਫਿਰ ਕੁਝ ਉਹਨਾਂ ਦੀ ਸਪੋਰਟ ਦੇ ਲਈ ਰੁਕੇ ਹੋਏ ਹਨ। US ਏਡ ਏਜੰਸੀਜ਼ ਨੇ ਦੱਸਿਆ ਕਿ ਇਸ ਸਮੇਂ ਚੱਲ ਰਹੀ ਫਾਇਰਿੰਗ ਦੇ ਦੌਰਾਨ ਤਕਰੀਬਨ 9000 ਲੋਕ ਆਪਣੇ ਘਰ ਛੱਡ ਕੇ ਆਏ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 76 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 57 ਡਿਗਰੀ। ਰਾਤ ਨੂੰ ਮੀਂਹ ਪੈਣ ਦੇ ਅਸਾਰ ਬਣਨਗੇ। ਸੈਨ ਫਰਾਂਸਿਸਕੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਅਸਾਰ 80% ਹੋਣਗੇ। ਸੈਕਰਾਮੈਂਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਸਟਾਕਟਨ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟ੍ਰੇਸੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਮੋਡੈਸਟੋ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਇੱਥੇ ਮੀਂਹ ਪਵੇਗਾ। ਸਿਐਟਲ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਇੱਥੇ ਵੀ
ਵੀ ਮੀਂਹ ਪੈਣ ਦੇ ਪੂਰੇ ਅਸਾਰ ਹਨ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਸੈਲਸੀਅਸ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਇੱਥੇ ਵੀ ਮੀਂਹ ਪਏਗਾ। ਨਿਊਯਾਰਕ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਰਹੇਗਾ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਮੰਗਲਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 53 ਅੰਕਾਂ ਦੀ ਗਿਰਾਵਟ ਦੇ ਨਾਲ 18,169.27 ਤੇ ਬੰਦ ਹੋਇਆ। ਨੈਸਡੈਕ 26 ਅੰਕਾਂ ਦੀ ਗਿਰਾਵਟ ਦੇ ਨਾਲ 5,283.4 ਤੇ ਬੰਦ ਹੋਇਆ। S&P 8 ਅੰਕਾਂ ਦੀ ਗਿਰਾਵਟ ਦੇ ਨਾਲ 2143.16 ਤੇ ਬੰਦ ਹੋਇਆ। ਵਿਲਸ਼ਾਇਰ 5109 ਅੰਕਾਂ ਦੀ ਗਿਰਾਵਟ ਦੇ ਨਾਲ 22,281.29 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਅੰਡਰ ਆਰਮਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 32.89 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 6 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 40 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 81 ਰੁਪਏ 90 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ, ਇੱਕ ਯੂਰੋ ਦੀ ਕੀਮਤ 72 ਰੁਪਏ 52 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 177 ਰੁਪਏ 27 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 219 ਰੁਪਏ 8 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ ਪੈਸੇ ਤੇ ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 9 ਪੈਸੇ। ਸੋਨੇ ਦਾ ਰੇਟ $1274.45 ਪਰ ਆਉਂਸ ਰਿਹਾ ਅਤੇ ਚਾਂਦੀ $17.75 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-722-7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਫ੍ਰੈਜ਼ਨੋ ਦੇ ਵਿੱਚ ਵੀ ਹੁਣ ਸੁਣਦੇ ਰਹੋ 1300 AM ਦੇ ਉੱਤੇ ਪੰਜਾਬੀ ਰੇਡੀਓ USA।